ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰਿ ਮਨ ਬਸਟ ਨਾਨਕ ਹੋਤ ਨਿਹਾਲ। ਪ੍ਰਭ ਦਾਤੋ ਦਾਤਾਰ ਪਰਯੋ ਜਾਚਕ ਇਕ ਸਰਨਾ। ਮਿਲੈ ਦਾਨ ਸੰਤਰੇਨ ਜਹ ਲਗ ਫੌਜਲ ਤਰਨਾ। ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਮੇਰਾ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਦੇ ਪੁਰੀ ਬਸੰਤਾ ਸਾਹਿਬ ਪੁਰਸ਼ਾ ਸ੍ਰੀ ਅਕਾਲ ਪੁਰਖ ਪਰਮਾਤਮਾ ਸਚਿਤ ਆਨੰਦ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਸਾਨੂੰ ਤੁਹਾਨੂੰ ਸਭ ਨੂੰ ਨਿਤਨੇਮ ਦੀਆਂ ਅਮੋਲਕ ਦਾਤਾਂ ਸੰਗਤਾਂ ਦੇ ਦਰਸ਼ਨ ਮੇਲੇ ਗੁਰ ਸ਼ਬਦ ਦੀ ਵਿਚਾਰ ਬਖਸ਼ਿਸ਼ ਕੀਤੀ ਹੈ। ਜਿੰਨੀਆਂ ਵੀ ਸੰਗਤਾਂ ਆਪ ਜੀ ਨਿਤਨੇਮ ਅਨੁਸਾਰ ਸਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਜੀ।
ਸਭ ਧਨਤਾ ਦੇ ਜੋਗ ਹੋ, ਵੱਡਿਆਂ ਕਰਮਾਂ ਵਾਲੇ। ਸੋ ਗੁਰਮੁਖ ਪਿਆਰਿਓ, ਜਿੰਨਾ ਕੁ ਸਮਾਂ ਸਤਿਗੁਰ ਬਖਸ਼ਦੇ ਨੇ, ਯਤਨ ਕਰੀਏ ਮਨ ਨੂੰ, ਚਿੱਤ ਨੂੰ ਇਕਾਗਰ ਕਰਕੇ ਗੁਰੂ ਉਪਦੇਸ਼, ਗੁਰੂ ਬਾਣੀ ਦੇ ਵਿੱਚ ਜੋੜੀਏ, ਤਾਂ ਜੋ ਇਸ ਬੀਜੇ ਵੇ ਬੀਜ ਦਾ ਸਮੇਂ ਦਾ ਲਾਹਾ ਮਿਲੇ। ਇਹ ਵੀ ਨਾ ਹੋਵੇ ਕਿ ਬੀਜ ਤਾਂ ਲੱਖੀਂ ਪਾਤੇ, ਜ਼ਮੀਨ 'ਚ ਕੋਈ ਉੱਗੇ ਹੀ ਨਾ। ਉਗਦਾ ਕਿਹੜਾ? ਰੋਜ਼ ਕੁਝ ਨਾ ਕੁਝ ਸਿੱਖਣ ਆਉਂਦੇ ਆ। ਇੱਧਰ ਉੱਧਰ ਦੀਆਂ ਗੱਲਾਂ ਤਾਂ ਆਪਾਂ ਵਾਧੂ ਚੇਤੇ ਨੇ, ਆਪਾਂ ਨੂੰ ਇੱਧਰ ਉੱਧਰ ਦੇਖ ਹੀ ਲੈਂਦੇ ਆਪਾਂ। ਜਿਹੜਾ ਲਾਈਵ ਬੀਜਿਆ ਜਾਂਦਾ ਨਾ ਗੁਰੂ ਚਰਨਾਂ 'ਚ, ਉਹੀ ਫਾਇਦੇ ਦਾ ਹੈ। ਬੀਜ ਬੀਜ ਕੇ ਢਕਣਾ ਪੈਂਦਾ ਹੈ। ਮੰਨਦੇ ਹੋ ਨਾ ਜੀ ਇਹ ਗੱਲ? ਬੀਜ ਕੋਈ ਵੀ ਬੀਜੀਏ ਉਹਨੂੰ ਢਕਣਾ ਪਊਗਾ। ਆ ਹੁਣ ਝੋਨਾ ਲਾ ਰਹੇ ਆਪਾਂ, ਜੇ ਹੁਣ ਬਾਹਰ ਏਦਾਂ ਧਰ ਦੋ ਪੌਦ ਹੋ ਜੂ ਸੁੱਕੇ 'ਚ, ਉਹਦੀ ਜੜ ਢੱਕਣੀ ਪੈਣੀ ਆ। ਕੋਈ ਵੀ ਬੀਜ ਪਾਵਾਂਗੇ ਉਹਨੂੰ ਢੱਕਣਾ ਪੈਣਾ। ਇਹ ਬੀਜ ਬੀਜ ਕੇ ਧਰਮ ਦਾ, ਨਿਤਨੇਮ ਦਾ ਢੱਕਣਾ ਪਊਗਾ, ਫਿਰ ਇਹਨੇ ਲਾਹਾ ਦੇਣਾ ਜੀ। ਨਾਲ ਫਿਰ ਮਹਾਰਾਜ ਵੀ ਰੋਜ਼ ਇਹੀ ਸਮਝਾਉਂਦੇ ਨੇ, ਇਹ ਬੰਦੇ ਆ, ਜੇ ਤੂੰ ਰੋਜ਼ ਆਉਣਾ ਨਾ ਚਰਨਾਂ 'ਚ, ਸੰਗਤ ਵਿੱਚ ਆਉਣਾ, ਮਨ ਦੇ ਵਿੱਚੋਂ ਖਾਰ ਜਿਹੜੀ ਹੈ, ਦਵੈਸ਼ ਭਾਵਨਾ ਜੇ ਨਹੀਂ ਮੁੱਕੀ ਨਾ, ਫੁਰਨੇ ਨਹੀਂ ਰੁਕੇ, ਤਾਂ ਫਿਰ ਮੇਰੇ ਕੋਲੋਂ ਸੁੱਖ ਦੀ ਆਸ ਨਾ ਰੱਖੀ। ਮਹਾਰਾਜ ਸਿੱਧਾ ਕਹਿੰਦੇ ਨੇ। ਹੁਣ ਕੋਈ ਇਹਨੂੰ ਮੰਨੇ ਨਾ ਮੰਨੇ, ਸੁਣੇ ਜਾਂ ਨਾ ਸੁਣੇ, ਆਪਣੀ ਮਰਜ਼ੀ ਆ, ਜੋ ਉਪਦੇਸ਼ ਹੈ ਬਾਣੀ ਦਾ। ਸੋ ਬੀਜ ਬੀਜ ਕੇ ਨਿਤਨੇਮ ਦਾ, ਬਾਣੀ ਦਾ, ਨਾਮ ਸਿਮਰਨ ਦਾ ਪ੍ਰੇਮੀਓ ਢਕੀਏ। ਫਿਰ ਉਹਦੀ ਕੇਅਰ ਵੀ ਕਰਨੀ ਪਊਗੀ। ਕੇਅਰ ਪਾਲਿਆ ਬੀਜ ਇਹ ਨਾ ਹੋਵੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਫਿਰਦੇ ਆ ਨਾ, ਉਹ ਚੁੱਕ ਕੇ ਲੈ ਜਾਣ ਬੀਜੇ ਹੋਏ ਨੂੰ। ਸਾਡਾ ਹੰਕਾਰ, ਕਿਉਂਕਿ ਹਰ ਜਿਉ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ। ਰੱਬ ਨੂੰ ਸਾਡਾ ਹੰਕਾਰ ਨਹੀਂ ਭਾਉਂਦਾ। ਉਹਦੇ ਚਰਨਾਂ 'ਚ ਸਭ ਮਾਫ ਨੇ। ਉਹ ਨਹੀਂ ਕਹਿੰਦਾ, ਉਹ ਤਾਂ ਕਹਿੰਦਾ ਭਾਈ ਜਿਹਾ ਜਿਹਾ ਕਰੇਗਾ ਭਰੇਗਾ। ਸਿੱਧੀ ਗੱਲ ਹੈ। ਅਗਰ ਤੂੰ ਹੰਕਾਰ ਕਰਨਾ ਨਾ, ਕਿਸੇ ਵੀ ਗੱਲ ਦਾ ਲਾ ਲਾ, ਕਿਸੇ ਵੀ ਗੁਣ ਦਾ ਲਾ ਲਾ, ਤੇਰੇ ਪੱਲੇ ਕੁਛ ਨਹੀਂ ਪੈਣਾ, ਸਭ ਕੁਛ ਤੇਰਾ ਗਿਆ। ਆਓ ਜੀ ਆਪਣੀ ਵਿਚਾਰ ਤੇ। ਕੱਲ ਜੋ ਵਿਚਾਰਿਆ ਸੀ, ਕੋਈ ਕੋਈ ਸਾਧਨ ਕਰੀ ਜਾਂਦਾ, ਕੋਈ ਕੋਈ ਸਾਧਨ ਕਰੀ ਜਾਂਦਾ। 9 ਪ੍ਰਕਾਰ ਦੀ ਭਗਤੀ ਕੱਲ ਆਪਾਂ ਸਰਵਣ ਕੀਤੀ ਸੀ। ਆ ਸੁਣਨਾ ਵੀ ਭਗਤੀ ਹੈ ਜੀ, ਇਹ ਵੀ ਬੰਦਗੀ ਹੈ। ਸੁਣਨਾ ਕਿਤੇ ਸੌਖਾ ਹੈ? ਕੋਈ ਜੋਗ ਮਤ ਅਨੁਸਾਰ ਉਹ ਕਹਿੰਦੇ ਵੀ ਇਹਨੂੰ ਅੱਗੇ ਰਾਹ ਨਹੀਂ। ਕੋਈ ਵੇਦ ਪੜ੍ਹੀ ਜਾਂਦੇ ਨੇ। ਜਾਗ ਬਲਕ ਰਿਸ਼ੀ ਜਿਹੜਾ ਹੋਇਆ, ਨਾਰਦ ਨੇ ਕਿਹਾ ਸੀ ਵੀ ਤੂੰ ਵੇਦ ਪੜ੍ਹੀ ਜਾਂਦਾ, ਕੀ ਕਰੇਗਾ ਨਾ ਪੜ੍ਹ ਕੇ? ਕਿੱਥੇ ਤੱਕ ਪੜ੍ਹ ਲੇਗਾ? ਜਦ ਤੇਰੀ ਨਿਗਾਹ ਚਲੀ ਗਈ, ਫੇਰ ਕਹਿੰਦਾ ਨਿਗਾਹ ਦਾ ਮੈਂ ਇਲਾਜ ਕਰਾਉ। ਗਲਾ ਰੁਕ ਗਿਆ, ਫੇਰ ਬੋਲਿਆ ਨਾ ਗਿਆ, ਫੇਰ ਕਹਿੰਦੇ ਹੋਰ ਦਵਾਈ ਬੂਟੀ ਲੈ ਕੇ, ਕੋਈ ਮੈਂ ਔਸ਼ਧੀ ਲੈ ਕੇ ਆਪਣੇ ਗਲੇ ਦਾ ਇਲਾਜ ਕਰਾ ਲੂੰਗਾ। ਪਰ ਕਿਸੇ ਨਾ ਕਿਸੇ ਹੱਦ ਤੇ ਜਾ ਕੇ ਪ੍ਰੇਮੀਓ ਦੇਖਣਾ, ਸੁਣਨਾ, ਬੋਲਣਾ, ਚੱਲਣਾ ਬੰਦ ਹੋਏ ਜਾਣਾ। ਕੋਈ ਮੰਨੇ ਨਾ ਮੰਨੇ, ਚਲੋ ਜਿਹੜੇ ਪੜ੍ਹੇ ਲਿਖੇ ਨੇ ਪੜ੍ਹਨਗੇ, ਫਿਰ ਅਨਪੜ੍ਹ ਜਿਹੜੇ ਉਹਨਾਂ ਦਾ ਕੀ ਹੋਊਗਾ? ਕੋਸ਼ਿਸ਼ ਕਰੀਏ ਗੁਰਬਾਣੀ ਨੂੰ, ਪਰਮਾਤਮਾ ਨੂੰ, ਗੁਰੂ ਨੂੰ ਜਾਣਨ ਦੀ। ਕੋਈ ਗ੍ਰਸਤ ਧਰਮ ਦੇ ਵਿੱਚ ਹੀ, ਭਾਵ ਗ੍ਰਸਤਾਂ ਦੇ ਪਰਿਵਾਰਾਂ ਦੇ ਵਿੱਚ ਵੀ ਬਸ ਏਦੋਂ ਅੱਗੇ ਕੁਛ ਹੀ ਨਹੀਂ। ਮਾਰਗ ਜਿਹੜਾ ਹੈ ਕਿ ਪਰਿਵਾਰ 'ਚ ਰਹਿ ਕੇ ਹੀ ਬੰਦੇ ਨੇ ਜਤੀ ਸਤੀ ਰਹਿਣਾ। ਟੱਬਰ ਟੀਰ ਪਾਲ ਦੇਵੇ, ਰੱਬ ਰੱਬ ਕਰਨਾ ਜੀ। ਸਭ ਕੁਛ ਧਿਆਨ ਉਹਦੇ ਨਾਲ ਜੁੜਦਾ। ਕੇਵਲ ਪਰਿਵਾਰ ਵਾਲਾ ਪਾਸਾ ਲੈ ਕੇ ਹੀ ਬਹਿ ਗਿਆ ਵੀ ਛੱਡ ਪਰ,
ਆਹੀ ਸਭ ਕੁਛ ਹੈ। ਬੰਦਾ ਕਰਦਾ ਰਹਿੰਦਾ। ਪਰਿਵਾਰ ਵਾਸਤੇ ਆਪਾਂ ਸਭ ਪਰਿਵਾਰਾਂ ਵਾਸਤੇ ਹੀ ਜਿਉਂਦੇ ਹਾਂ। ਪਰਿਵਾਰ ਵਾਸਤੇ ਸਵੇਰੇ ਉੱਠਣ ਸਾਰ ਦੌੜ ਸ਼ੁਰੂ ਹੋ ਜਾਂਦੀ ਆ, ਠੀਕ ਹੈ। ਆਪਣੇ ਅਧਿਆਤਮਿਕ ਜੀਵਨ ਵਾਸਤੇ ਵੀ ਬੰਦਾ ਟਾਈਮ ਕੱਢੇ। ਜੇ ਉਹ ਸੰਸਾਰ ਵਾਲਾ ਢਾਂਚਾ ਸੱਚ ਮੰਨਦੇ ਆ ਨਿਰੰਕਾਰ ਵਾਲਾ ਢਾਂਚਾ ਤਾਂ ਸੱਚ ਹੈ ਹੀ ਗਈ ਆ। ਕਿਉਂਕਿ ਸੰਸਾਰ 'ਚ ਰਹਿ ਰਹੇ ਆ ਨਾ, ਬਿਨਾਂ ਮਿਹਨਤ ਤੋਂ ਕਾਮਯਾਬ ਨਹੀਂ ਹੋਵਾਂਗੇ। ਸੰਸਾਰ ਦੇ ਕੰਮਾਂ 'ਚ, ਨਿਰੰਕਾਰ ਦੇ ਕੰਮਾਂ 'ਚ ਵੀ ਬਿਨਾਂ ਮਿਹਨਤ ਤੋਂ ਕਾਮਯਾਬ ਨਹੀਂ ਹੋਵਾਂਗੇ। ਤੁਰਨਾ ਪਊਗਾ। ਉਹਨਾਂ ਦਾ ਸਿਰਫ ਆਹੀ ਆ ਕਿ ਸਾਡੇ ਵਰਗਾ ਕੋਈ ਨਹੀਂ, ਵੀ ਆਹੀ ਧਰਮ ਹੈ ਪਰਿਵਾਰ ਵਾਲਾ। ਤੇ ਗ੍ਰਸਤਪੁਣੇ ਦਾ ਹੰਕਾਰ ਹੈ ਧਰਮ ਦੀ ਮਸਤੀ ਵਿੱਚ, ਇਹ ਸੋਚਣਾ ਕਿ ਅਸੀਂ ਸਭ ਤੋਂ ਵੱਡੇ ਹਾਂ, ਅਸੀਂ ਹੀ ਸਾਰੇ ਵਰਨਾਂ ਦੀ ਪਾਲਣਾ ਕਰਦੇ ਹਾਂ। ਐਸਾ ਗ੍ਰਸਤੀ ਵੀ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ। ਇਹ ਠੀਕ ਹੈ ਕਿ ਗ੍ਰਸਤ ਧਰਮ ਨੂੰ ਪ੍ਰਧਾਨ ਮੰਨਿਆ ਮਹਾਰਾਜ ਨੇ, ਪਰ ਨਾਲ ਇਹ ਵੀ ਸਪਸ਼ਟ ਹੈ ਕਿ ਭੈ ਭਾਵਨੀ ਵਾਲਾ ਗ੍ਰਸਤੀ ਹੀ ਪ੍ਰਵਾਨ ਹੈ। ਭੈ ਭਾਵਨੀ ਵਾਲਾ, ਰੱਬ ਨਾਲ, ਈਸ਼ਵਰ ਦੇ ਨਾਲ ਜੁੜ ਕੇ ਰਹਿਣ ਵਾਲਾ, ਪਰਿਵਾਰ ਨੂੰ ਪਾਲਣ ਵਾਲਾ, ਉਹੀ ਪ੍ਰਵਾਨ ਹੋਏਗਾ। ਅਗਲਾ ਜਿਹੜਾ ਵਚਨ ਹੈ ਮਹਾਰਾਜ ਦਾ, ਇੱਕ ਸ਼ਬਦੀ ਬਹੁ ਰੂਪ ਅਵਧੂਤਾ। ਕਹਿੰਦੇ ਇੱਕ ਸ਼ਬਦੀ ਕਹੀਏ, ਬ੍ਰਹਮ ਦਾ ਇੱਕ ਅਲੱਖ ਹੋ ਅੱਖਰ ਨਾਲ ਉਚਾਰਨ ਕਰਕੇ ਭਿਕਸ਼ਾ ਮੰਗਣੀ, ਉਹ ਇੱਕ ਸ਼ਬਦੀ ਭੇਖ ਹੈ। ਬ੍ਰਹਮ ਦਾ ਇੱਕ ਅਲੱਖ ਹੋ ਅੱਖਰ ਨਾਲ ਉਚਾਰ ਕਰਕੇ ਭਿਖਿਆ ਮੰਗਣੀ, ਇਹ ਸ਼ਬਦੀ ਭੇਖ ਹੈ। ਦੂਸਰਾ ਇੱਕ ਵਾਰੀ ਅਲੱਖ ਹੋ ਕਹਿ ਕੇ ਭੀਖ ਮੰਗਣੀ। ਜੇ ਘਰ ਵਾਲਿਆਂ ਨੇ ਇੱਕ ਸ਼ਬਦ ਸੁਣ ਕੇ ਭਿਖਿਆ ਨਹੀਂ ਪਾਈ ਤਾਂ ਦੂਸਰੀ ਵਾਰੀ ਅਲੱਖ ਹੋ ਸ਼ਬਦ ਉਹ ਬੋਲਦੇ ਨਹੀਂ। ਭਾਵ ਇੱਕ ਵਾਰੀ ਦਰ ਤੇ ਗਏ ਭਿਕਸ਼ਾਮ ਦੇਹੀ ਜਾਂ ਲੱਖ ਨਿਰੰਜਨ ਕਹਿ ਦੇਣਾ, ਜਾਂ ਜੋ ਵੀ ਉਹ ਸ਼ਬਦ ਬੋਲਦੇ ਨੇ ਦਰਵਾਜ਼ੇ ਤੇ ਜਾ ਕੇ, ਭਿਕਸ਼ੂ ਭਿਖਿਆ ਮੰਗਣ ਵਾਲੇ, ਇੱਕ ਵਾਰੀ ਕਹਿ ਦਿੱਤਾ ਇੱਕ ਸ਼ਬਦੀ ਭੇਖ, ਇੱਕ ਵਾਰੀ ਕਹਿ ਦਿੱਤਾ ਕੋਈ ਆ ਗਿਆ ਬਾਹਰ, ਠੀਕ ਹੈ, ਨਹੀਂ ਉਹ ਚਲੇ ਜਾਂਦੇ ਨੇ। ਇੱਕ ਸ਼ਬਦ ਬੋਲਣ ਤੇ ਹੀ ਉਹਨਾਂ ਨੇ ਕੁਛ ਭਿਖਿਆ ਦੇਤੀ ਤਾਂ ਠੀਕ ਹੈ। ਘਰ ਵਾਲੇ ਨੇ ਜਿਹਦੇ ਦਰ ਤੇ ਜਾ ਕੇ ਉਹ ਖੜਦਾ ਭਿਕਸ਼ੂ ਜਿਹੜਾ ਭਿਖਿਆ ਮੰਗਣ ਵਾਲਾ, ਤਾਂ ਉਹ ਦੂਜੀ ਵਾਰ ਸ਼ਬਦ ਨਹੀਂ ਬੋਲਣਗੇ, ਇੱਕ ਹੀ ਸ਼ਬਦ ਇੱਕ ਵਾਰੀ ਹੀ ਬੋਲਣਗੇ। ਇਸ ਕਰਕੇ ਵੀ ਇਹਨਾਂ ਦੀ ਇੱਕ ਸ਼ਬਦੀ ਸੰਗਿਆ ਹੈ। ਦੂਜੇ ਇੱਕ ਸ਼ਬਦੀ ਵਿਆਕਰਣੀਏ, ਜਿਨ੍ਹਾਂ ਦਾ ਇਹ ਮਤ ਹੈ ਕਿ ਸ਼ਬਦ ਦੀ ਸ਼ੁੱਧੀ ਅਸ਼ੁੱਧੀ ਬਿਨਾਂ ਗਿਆਨ ਨਹੀਂ ਹੁੰਦਾ, ਉਹ ਵਿਆਕਰਨ ਵਿੱਚ ਹੀ ਫਸੇ ਹੋਏ ਨੇ। ਤੀਜੇ ਇੱਕ ਸ਼ਬਦੀ ਵੇਦਾਂਤੀ ਜਨ ਹਨ, ਜਿਨ੍ਹਾਂ ਦਾ ਮਤ ਵੇਦਾਂਤ ਵਾਕ ਦਾ ਸੰਬੰਧ ਸਰਵਣਾਂ ਦੇ ਨਾਲ ਹੋਣ, ਉਹ ਤੋਂ ਬਿਨਾਂ ਉਸ ਵੇਲੇ ਪੁਰਸ਼ ਨੂੰ ਗਿਆਨ ਹੋ ਜਾਂਦਾ। ਵੇਦਾਂਤਕਵਾਦ ਦੇ ਸਰਵਣ ਨੂੰ ਹੀ ਮੁਕਤੀ ਦਾ ਸਾਧਨ ਜਿਹੜੇ ਮੰਨਦੇ ਨੇ। ਇਉਂ ਇੱਕ ਸ਼ਬਦੀ ਵਿਆਕਰਣੀਏ ਤੇ ਵੇਦਾਂਤੀ ਲੋਕ ਹਨ। ਇਸ ਤੋਂ ਇਲਾਵਾ ਬਹੁ ਰੂਪ ਕਹੀਏ, ਅਰੂਪੀਏ, ਬਹੁ ਰੂਪੀਏ, ਭਾਵ ਵੱਖਰੇ ਵੱਖਰੇ ਰੂਪ ਬਣਾਉਣ ਵਾਲੇ, ਅਵਧੂਤਾ ਕਹੀਏ, ਨਗਨ ਰਹਿਣ ਵਾਲੇ, ਜੋ ਕਪੀਨ ਤੱਕ ਵੀ ਨਹੀਂ ਰੱਖਦੇ, ਸੰਖੀਏ ਆਦ ਖਾ ਕੇ ਠੰਡ ਆਦ ਤੋਂ ਜਿਹੜੇ ਬਚਦੇ ਨੇ। ਇਸ ਤਰ੍ਹਾਂ ਬਹੁਤੇ ਰੂਪ ਬਣਾਉਣ ਵਾਲੇ ਜਿਹੜੇ ਨੇ ਨਗਨ ਪੁਣੇ ਵਿੱਚ, ਭਾਵ ਅਵਧੂਤ ਪੁਣੇ ਵਿੱਚ ਉਹ ਮਸਤ ਹੋਏ ਬੈਠੇ ਨੇ ਵੀ ਆਹੀ ਮਾਰ ਗਿਆ, ਇਹ ਤੋਂ ਉੱਪਰ ਮੰਜ਼ਲੇ ਨਹੀਂ ਕੋਈ। ਤੇ ਸਤਿਗੁਰ ਕਹਿੰਦੇ ਆ ਜੀ, ਕਾਪੜੀ ਕੌਤੇ ਜਾਂ ਗੁੱਤਾ। ਕਾਪੜੀ ਇੱਕ ਕਾਪੜੀਆ ਭੇਖ ਹੈ। ਇਹ ਸਾਰੇ ਸਰੀਰ ਉੱਤੇ ਕੱਪੜੇ ਪਹਿਨਦੇ ਨੇ, ਤੇ ਇਹ ਤੋਂ ਇਲਾਵਾ ਪੈਰਾਂ ਵਿੱਚ ਜਰਾਬਾਂ, ਹੱਥਾਂ ਵਿੱਚ ਦਸਤਾਨੇ, ਅੱਖਾਂ ਅੱਗੇ ਗੁਬਾਰੇ ਆਦਿ, ਭਾਵ ਸਾਰੇ ਸਰੀਰ ਨੂੰ ਕੱਪੜਿਆਂ ਨਾਲ ਢੱਕ ਕੇ ਰੱਖਦੇ ਨੇ। ਕੇਦਾਰਨਾਥ, ਜਿੱਥੇ ਸ਼ਿਵਜੀ ਭਸਮਾਸੁਰ ਦੈਂਤ ਤੋਂ ਡਰਦਾ ਹੋਇਆ ਝੋਟਾ ਬਣ ਕੇ ਨਿਕਲਿਆ ਸੀ ਨਾ, ਉਸ ਥਾਂ ਜਾ ਕੇ ਸ਼ਿਵਜੀ ਦੀ ਉਪਾਸਨਾ ਕਰਦੇ ਨੇ ਲੋਕ। ਇਹ
ਆਪਣੇ ਆਪ ਨੂੰ ਕਾਪੜੀ ਭੇਖ ਵਾਲੇ ਕਹਿੰਦੇ ਨੇ। ਕਾਪੜੀ ਭੇਖ ਵਾਲੇ ਆਪਣੇ ਭੇਖ ਵਿੱਚ ਹੀ ਪ੍ਰਾਪਤੀ ਦਾ ਸਾਧਨ ਮੰਨਦੇ ਨੇ। ਕਉਤੀਏ ਕਹੀਏ ਗਵਈਏ ਜਾਂ ਕਵਿਤਾ ਬਣਾਉਣ ਵਾਲੇ, ਭਾਵ ਕਲੌਤ। ਕਈ ਕਲੌਤ ਕਹਿੰਦੇ ਹਨ ਕਿ ਸਾਡੇ ਵਰਗੀ ਆਵਾਜ਼ ਕਿਸੇ ਦੀ ਵੀ ਨਹੀਂ। ਕਲੌਤਾਂ ਦੇ ਬੱਚੇ ਆਪਣੇ ਆਪ ਨੂੰ ਮੁਕਤ ਸਮਝਦੇ ਨੇ। ਜਾਗੂਤਾ ਕਹੀਏ ਜਾਗਰਾ, ਭਾਵ ਜਗਰਾਤਾ। ਕਈ ਰਾਤ ਨੂੰ ਜਗਰਾਤਾ ਕਰਨ ਨੂੰ ਹੀ ਪ੍ਰਾਪਤੀ ਦਾ ਸਾਧਨ ਮੰਨੀ ਬੈਠੇ ਨੇ ਕਿ ਅਸੀਂ ਜਾਗ ਕੇ ਹੀ ਮੁਕਤ ਹੋ ਜਾਾਂਗੇ। ਅਗਰ ਜਾਗਣਾ ਹੀ ਮੁਕਤੀ ਦਾ ਹਿੱਤ ਹੈ ਤਾਂ ਚੋਰ ਯਾਰ ਬੜੇ ਜਾਗਦੇ ਨੇ। ਜਿਹੜੇ ਪੁੱਠੇ ਸਿੱਧੇ ਕੰਮ ਕਰਦੇ ਨੇ ਉਹ ਤਾਂ ਜਾਗਦੇ ਹੀ ਫਿਰਦੇ ਰਹਿੰਦੇ ਨੇ ਰਾਤਾਂ ਨੂੰ। ਜੇ ਜਾਗਣ ਨਾਲ ਹੀ ਉਹਦੀ ਪ੍ਰਾਪਤੀ ਹੈ, ਫਿਰ ਤਾਂ ਉਹ ਜਿਹੜੇ ਰਾਤਾਂ ਨੂੰ ਜਾਗ ਕੇ ਮੰਦ ਕਰਮ ਕਰਦੇ ਨੇ ਪ੍ਰਾਪਤ ਕਰ ਗਏ। ਅਸਲੀਅਤ ਦੇ ਵਿੱਚ ਇਹ ਸੱਚ ਹੈ ਕਿ ਭਜਨ ਤੋਂ ਬਿਨਾਂ ਮੁਕਤੀ ਨਹੀਂ ਹੋਏਗੀ। ਬੇਅੰਤ ਪ੍ਰਮਾਣ ਨੇ ਐਸੇ। ਕੋਈ ਕਿਸੇ ਹਿੱਸਾ ਦੇ ਵਿੱਚ ਜਿਉਂ ਹੀ ਜਾਂਦਾ ਹੈ, ਕੋਈ ਕਿਸੇ ਹਿੱਸਾ ਦੇ ਵਿੱਚ। ਭੇਦ ਕੋਈ ਨਹੀਂ ਜੀ ਪਾ ਸਕਦਾ। ਅੰਤ ਜਿਹੜਾ ਹੈ ਉਹ ਕਿਸੇ ਨੂੰ ਨਹੀਂ ਲੱਭਾ। ਨਾ ਪੜਨ ਵਾਲਿਆਂ ਨੂੰ, ਨਾ ਕਾਵਿ ਰਚਨਾ ਕਰਨ ਵਾਲਿਆਂ ਨੂੰ, ਨਾ ਗੋਦੜੀ, ਕੱਪੜਿਆਂ ਦੀ ਗੋਦੜੀ, ਕੱਪੜੇ ਸਰੀਰ ਨੂੰ ਢੱਕ ਕੇ ਹੀ ਰੱਖਣਾ, ਉਹਨਾਂ ਨੂੰ ਮਿਲਦਾ। ਉਹ ਉਦੋਂ ਅੱਗੇ ਦੇਖਦੇ ਨਹੀਂ। ਜੋ ਸਿਧਾਂਤ ਹੈ ਬਾਣੀ ਦਾ, ਬਾਪੂ ਕਹਿੰਦਾ ਕਿ ਭਜਨ ਤੋਂ ਬਿਨ ਭਜਨ 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 ਅਹਿਲਾ ਜਨਮ ਗਈ। ਹੁਣ ਆਪਾਂ ਕੀ ਕਵਾਂਗੇ ਫਿਰ? ਮਹਾਰਾਜ ਕਹਿੰਦੇ ਬਿਨਾ ਭਜਨ ਤੋਂ ਬਿਨਾ ਭਜਨ ਤੋਂ ਭਾਵ 3 ਕਾਲ, 3 ਵਾਰੀ ਭਜਨ ਭਜਨ, ਬਿਨਾ ਭਜਨ 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 ਅਹਿਲਾ ਜਨਮ ਗਈ। ਭਾਵ ਕਿ ਨਾ ਤਾਂ ਪਿਛਲੀ ਰੁੱਤੇ, ਭਾਵ ਨਾ ਜਵਾਨੀ ਪਹਿਰੇ, ਨਾ ਅਧਖੜ ਉਮਰੇ, ਨਾ ਬੁਢੇਪੇ ਚ। 3 ਕਾਲ ਨੇ ਨਾ, ਭੂਤ ਕਾਲ, ਵਰਤਮਾਨ ਤੇ ਭਵਿੱਖ। ਭਾਵ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸ। ਜੋ ਸਰਣ ਵਿੱਚ ਨਹੀਂ ਆਉਂਦੇ, ਜੋ ਰੱਬ ਰੱਬ ਨਹੀਂ ਕਰਦੇ, ਜਿਨ੍ਹਾਂ ਨੇ ਬੰਦਗੀ ਨਾਲ ਭਜਨ ਨਾਲ ਚਿੱਤ ਨਹੀਂ ਜੋੜਿਆ, ਮਹਾਰਾਜ ਕਹਿੰਦੇ ਉਹਨਾਂ ਦਾ ਜਿਉਂ ਹੋਇਆ ਵੀ ਬੇਕਾਰ ਆ। ਜੋ ਜਿਉਂ ਰਹੇ ਨੇ ਉਹ ਵੀ ਬੇਕਾਰ ਹੈ, ਤੇ ਜਿਹੜਾ ਅੱਗੇ ਆਏਗਾ, ਜਿੰਨੀ ਕੁ ਜ਼ਿੰਦਗੀ ਰਹਿੰਦੀ ਹੈ ਸਾਡੀ, ਉਹ ਵੀ ਬੇਕਾਰ ਹੈ। ਭਜਨ ਤੋਂ ਬਿਨਾ ਜ਼ਿੰਦਗੀ ਬੇਕਾਰ ਹੈ। ਸਾਧਨ ਜੋ ਮਰਜ਼ੀ ਕਰੀ ਜਾਓ ਲੱਖਾਂ। ਭਾਵ ਜੇ ਭਜਨ ਨਹੀਂ ਨਾ ਜੀ, ਜੇ ਭਜਨ ਨਹੀਂ ਆ, ਬੰਦਗੀ ਨਹੀਂ ਆ, ਤਾਂ ਫਿਰ ਇਹ ਨਾ ਸਮਝੇ ਵੀ ਉਹਦੀ ਪ੍ਰਾਪਤੀ ਹੋ ਜਾਣੀ ਆ। ਤੇ ਅੱਗੇ ਮਹਾਰਾਜ ਕਹਿੰਦੇ ਆ, ਇੱਕ ਤੀਰਥ ਨਹਾਤਾ ਕਹੀਏ ਇਸ਼ਨਾਨ ਕਰਨ ਨੂੰ ਹੀ ਪਵਿੱਤਰ ਸਮਝਦੇ ਨੇ। ਜੇਕਰ ਤੀਰਥਾਂ ਤੇ ਨਹਾਉਣ ਨਾਲ ਪਵਿੱਤਰਤਾ ਮਿਲਦੀ ਹੋਵੇ ਪ੍ਰੇਮੀਓ, ਭਾਈ ਗੁਰਦਾਸ ਜੀ ਕਹਿੰਦੇ ਨੇ ਮਿਲੈ ਜੇ ਤੀਰਥ ਨਹਾਤਿਆਂ ਡੱਡਾਂ ਜਲਵਾਸੀ। ਡੱਡੂ ਜਿਹੜੇ ਨੇ ਤਾਂ ਪਾਣੀ 'ਚ ਰਹਿੰਦੇ ਨੇ। ਡੱਡੂ ਛੱਡੋ, 42 ਲੱਖ ਜੀ ਜਲ ਮੇ ਹੋਤੇ। 42 ਲੱਖ ਜੀ ਪਾਣੀ 'ਚ ਨੇ। ਹੁਣ ਜੇ ਜਲ ਕੇ ਮੱਜਨ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ। ਕਹਿੰਦੇ ਜੇ ਜਲ ਦੇ ਮੱਜਨ ਕਹੀਏ ਇਸ਼ਨਾਨ, ਪਾਣੀ 'ਚ ਨਹਾਉਣ ਨਾਲ ਜੇ ਗਤ ਹੁੰਦੀ ਹੋਵੇ, ਡੱਡੂ ਤਾਂ ਰੋਜ਼ ਹੀ ਨਹਾਉਂਦਾ। ਉਹ ਕਹਿੰਦੇ ਜੈਸੇ ਪਸ਼ੂ ਤੈਸੇ ਨਰ ਫਿਰ ਜੂਨੀ ਆਵੇ। ਕੋਈ ਫਰਕ ਨਹੀਂ ਉਹਦੇ ਵਿੱਚ, ਲੱਖ ਨਹਾਈ ਜਾਵੇ। ਤੀਰਥਾਂ ਤੇ ਨਹਾ ਲੈ, ਇਸ਼ਨਾਨ ਕਰ ਲਿਆ, ਜੇ ਗੱਤ ਹੋ ਗਈ। ਬਾਪੂ ਤਾਂ ਇਹ ਕਹਿੰਦਾ ਕਿ ਨਹਾਵਣ ਚੱਲੇ ਤੀਰਥੀ ਮਨ ਖੋਟੈ ਤਨ। ਚੋਰ ਇੱਕ ਭਾਉ ਲੱਥਿਆਂ ਨਹਾਤਿਆਂ, ਦੋਏ ਭਾ ਚੜੀ ਅਸ ਹੋਰ। ਜਾਈ ਜਾਓ ਤੀਰਥਾਂ ਤੇ। ਜੇ ਬਿਰਤੀ ਨਹੀਂ ਨਾ ਸ਼ੁੱਧ ਬਣੀ, ਬੰਦਗੀ ਤੋਂ ਬਿਨਾਂ ਭਜਨ ਤੋਂ ਬਿਨਾਂ ਸਾਡੀ ਬਿਰਤੀ ਸ਼ੁੱਧ ਨਹੀਂ ਹੋਏਗੀ।
ਨਹੀਂ ਮਨ ਦੇ ਵਿੱਚ ਗੰਦਗੀ ਵਿਚਾਰ ਲੈ ਕੇ ਹੀ ਬੰਦਾ ਤੁਰਦਾ ਫਿਰਦਾ ਰਹਿੰਦਾ। ਵੇਖਦੇ ਆ ਜਾਂਦੇ ਆ ਜਿੰਨਾ ਮਾੜੇ ਕਰਮ ਬੰਦਾ ਧਰਮ ਦੀ ਆੜ ਲੈ ਕੇ ਕਰਦਾ ਨਾ, ਉਹਨਾਂ ਘਰਾਂ 'ਚ ਰਹਿ ਕੇ ਨਹੀਂ ਕਰਦਾ। ਗੱਲਾਂ ਥੋੜ੍ਹੀਆਂ ਜਿਹੀਆਂ ਔਖੀਆਂ ਨੇ। ਤੇ ਬਾਪੂ ਕਹਿੰਦਾ ਹੈ ਕਿ ਉਹ ਰੱਬ ਦੇ ਪਿਆਰੇ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਸਿਮਰਨ ਦੁਆਰਾ, ਉਹ ਬਿਨਾਂ ਨਹਾਤੀ ਬਿਨਾਂ ਇਸ਼ਨਾਨ ਕਰੀ ਪ੍ਰਵਾਨ ਲਿਆ। ਇੱਕ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ, ਇਹ ਨਹੀਂ ਵੀ ਨਾ ਜਾਓ, ਜਾਓ ਪੈ ਭਾਵਨੀ ਨਾਲ ਜਾਓ, ਸ਼ਰਧਾ ਨਾਲ ਜਾਓ। ਕੁਛ ਪ੍ਰਾਪਤ ਕਰ, ਜੇ ਘਰੋਂ ਨਿਕਲੀਏ ਨਾ ਤੀਰਥਾਂ ਤੇ ਯਾਤਰਾ ਕਰਨ ਦੇ ਲਈ ਪ੍ਰੇਮੀਓ, ਕੁਛ ਪ੍ਰਾਪਤੀ ਕਰਕੇ ਆਈਏ। ਦੇਖੋ ਮੇਰੇ ਮਨ ਦੀ ਅਵਸਥਾ ਤੁਸੀਂ ਨਹੀਂ ਜਾਣਦੇ, ਤੁਹਾਡੇ ਮਨ ਦੀ ਅਵਸਥਾ ਮੈਂ ਨਹੀਂ ਜਾਣਦਾ। ਤੀਰਥਾਂ ਤੇ ਜਾਈਦਾ ਤਾਂ ਕੁਛ ਪ੍ਰਾਪਤ ਕਰਕੇ ਲਿਆਈਏ। ਇਹ ਨਾ ਹੋਵੇ ਮਾੜੀ ਬਿਰਤੀ ਦੁਆਰਾ ਜਿਹੜਾ ਕੁਛ ਖੱਟਣ ਜਾਂਦੇ ਆ, ਪਹਿਲਾਂ ਖੱਟਿਆ ਹੋਇਆ ਉਹ ਵੀ ਚਲਾ ਜਾਵੇ, ਉਹਦਾ ਕੋਈ ਫਾਇਦਾ ਨਹੀਂਗਾ। ਜਾਂਦੇ ਆ ਲੋਕ ਕਈ ਕਈ ਦਿਨ ਤੀਰਥਾਂ ਤੇ ਗਏ ਹੋਏ, ਪਰ ਗੁਰਮੁਖੋ ਉੱਥੇ ਵੀ ਮਾੜੇ ਖਿਆਲਾਤ ਬੰਦੇ ਨਹੀਂ ਹੋਏ ਅੰਦਰੋਂ ਕਦੇ। ਜਿਸ ਦਿਨ ਮਨ ਬਣ ਗਿਆ ਨਾ, ਬਿਰਤੀ ਜੁੜ ਗਈ ਗੁਰਮੁਖੋ, ਉਹ ਨੇਤਰ ਜਿਹੜੇ ਨੇ ਸੇਜਲ ਹੋ ਜਾਂਦੇ ਆ। ਬੈਰਾਗ ਰੂਪੀ ਭਾਵਨਾ, ਬਿਰਤੀ, ਖਿਆਲ ਉਹ ਬਣ ਜਾਂਦਾ ਹੈ ਨੇਤਰ। ਉਹਦੀ ਬੰਦਗੀ ਦਾ ਪੈਭੀਤ ਨੇਤਰਾਂ ਦੇ ਵਿੱਚ ਹੋ ਜਾਂਦਾ ਹੈ। ਭਾਵ ਕਿ ਅੰਦਰ ਜੋ ਫੁਰਨੇ ਆ, ਸਭ ਕੁਛ ਮੰਗਾਂ ਇੱਛਾਵਾਂ ਜਿਹੜੀਆਂ ਨੇ, ਫੁਰਨੇ ਜਿਹੜੇ ਨੇ ਸਭ ਖਤਮ ਨੇ। ਇਹ ਨਹੀਂ ਵੀ ਤੀਰਥਾਂ ਤੇ ਗਏ ਕੁਛ ਨਾ ਕੁਛ ਚੱਲਦੀ ਰਹਿੰਦਾ ਫਿਰ ਦਿਮਾਗ 'ਚ ਮਨ ਦੇ ਵਿੱਚ, ਇਹ ਨਾ ਹੋਵੇ। ਜੇ ਏਦਾਂ ਤੀਰਥਾਂ ਤੇ ਨਹਾਇਆ ਕੁਛ ਗੱਲ ਬਣਦੀ ਹੋਵੇ ਤਾਂ ਫਿਰ ਡੱਡੂ ਦਾ ਪਾਣੀ 'ਚ ਰਹਿੰਦੇ ਨੇ, ਫਿਰ ਉਹ ਮੁਕਤ ਹੋ ਜਾਂਦੇ ਸਾਰੀ ਜੋ ਜਲ ਵਿੱਚ ਰਹਿੰਦੇ ਹਨ। ਪਰ ਮਨ ਦੀ ਸਫਾਈ ਤੋਂ ਬਿਨਾਂ ਪ੍ਰੇਮੀਓ ਮੁਕਤੀ ਨਹੀਂ ਹੋ ਸਕਦੀ। ਬਾਪੂ ਕਹਿੰਦਾ ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਬਤ ਤਰਾਏ। ਕਈ ਮਨ ਵਿੱਚ ਇਹ ਕਾਮਨਾ ਰੱਖ ਲੈਂਦੇ ਆ ਕਿ ਤੀਰਥਾਂ ਤੇ ਜਾ ਕੇ ਜੇ ਵਸਾਂਗੇ ਨਾ, ਆਪਣੇ ਆਪ ਨੂੰ ਚਰਵਾ ਲਿਆ ਵੀ ਉੱਥੇ ਜਾ ਕੇ ਮੁਕਤ ਹੋ ਜਾਵਾਂਗੇ, ਨਹੀਂ ਹੋਏਗਾ। ਤੇ ਮਹਾਰਾਜ ਜੀ ਕਹਿੰਦੇ ਆ ਮਨ ਕੀ ਮੈਲ ਨਾ ਉਤਰੈ ਇਹ ਵਿਦ, ਜੇ ਲੱਖ ਯਤਨ ਕਰਾਏ। ਐਸੇ ਬੰਦਾ ਲੱਖਾਂ ਯਤਨ ਕਰ ਲੇ, ਮਨ ਦੀ ਮੈਲ ਨਹੀਂ। ਗੱਲ ਤਾਂ ਸਾਰੀ ਮਨ ਦੀ ਮੈਲ ਦੂਰ ਕਰਨ ਦੀ ਹੈ ਨਾ। ਉਹ ਤਾਂ ਤੂੰ ਘਰੇ ਬਹਿ ਕੇ ਵੀ ਕਰ ਸਕਦਾ। ਉੱਥੇ ਜਾ, ਕੁਛ ਚੰਗਾ ਬੀਜ ਕੇ ਆ, ਸੇਵਾ ਕਰਕੇ ਆ, ਭਜਨ ਕਰਕੇ ਆ, ਕੁਛ ਗਿਆਨ ਪ੍ਰਾਪਤ ਕਰਕੇ ਆ ਵੀ ਇੱਥੇ ਸਾਡੇ ਇਸ਼ਟ ਦਾ, ਸਾਡੇ ਧਰਮ ਦਾ ਸੰਬੰਧ ਕੀ ਆ, ਆਹ ਸਥਾਨ ਦੇ ਨਾਲ ਸਾਡੇ ਧਰਮ ਦਾ ਕੀ ਸੰਬੰਧ ਜੁੜਿਆ ਹੋਇਆ। ਇਹ ਨਹੀਂ ਹੈ ਕਿ ਗਏ ਲੰਗਰ ਪ੍ਰਸ਼ਾਦੇ ਛਕੇ, ਇੱਧਰ ਉਧਰ ਘੁੰਮੇ, ਫੋਟੋਆਂ ਖਿੱਚੀਆਂ, ਲਓ ਜੀ ਆ ਗਏ ਘਰੇ। ਲਿਆਂਦਾ ਕੀ ਆ? ਕੁਛ ਬਸਿਆ ਹਿਰਦੇ ਉਦਾਂ ਹੀ ਆ। ਉੱਥੇ ਗਏ, ਜੋ ਮੈਂ ਪਹਿਲਾਂ ਕਰਦਾ ਸੀ ਅੱਜ ਵੀ ਕਰੀ ਜਾਂਦਾ, ਜੋ ਪਹਿਲਾਂ ਕਰਦਾ ਸੀ ਅੱਜ ਵੀ ਕਰੀ ਜਾਂਦਾ। ਜਿਹੜਾ ਪਹਿਲਾਂ ਮਨ ਵਿੱਚ ਸੀਗਾ ਉਹ ਵੀ ਅੱਜ ਵੀ ਉਹੀ ਆ। ਫਾਇਦਾ ਕੀ ਹੋਇਆ? ਤਾਂ ਚੇਂਜ ਕੀ ਹੋਇਆ ਅੰਦਰੋਂ? ਧਰਮ ਅਪਣਾ, ਤੀਰਥਾਂ ਤੇ ਜਾ, ਬੰਦਗੀ ਕਰ, ਸੇਵਾ ਕਰ, ਤੇਰੇ ਜੀਵਨ ਦੇ ਵਿੱਚ ਚੇਂਜ ਆ ਜਾਏ, ਚੇਂਜ ਆ ਜਾਏ, ਬਦਲਾਵ ਆ ਜਾਏ, ਜਿਉਣ ਦਾ ਤਰੀਕਾ ਸਲੀਕਾ ਬਦਲ ਜਾਏ। ਭਾਵ ਧਰਮ ਅਨੁਸਾਰ ਹੋ ਜਾਏ ਤੂੰ। ਇਹ ਨਹੀਂ ਹੈ ਕਿ ਜਾਈ ਗਿਆ ਮਨ ਸਾਫ਼ ਨਹੀਂ ਹੋਇਆ। ਬੜੇ ਯਤਨ ਕਰਦੇ ਆ ਲੋਕ, ਪਰ ਮਨ ਦੀ ਮੈਲ ਨਹੀਂ ਉਤਰਦੀ। ਅੱਜ ਦੀ ਨਹੀਂ ਲੱਗੀ, ਬੜੇ ਜਨਮਾਂ ਜਨਮਾਂਤਰਾਂ ਦੀ ਮਲ ਨੂੰ ਮੈਲ ਲੱਗੀ ਹੋਈ ਆ। ਜਨਮ ਜਨਮ ਕਿਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਸਭ ਦੇ ਮਨਾਂ ਨੂੰ, ਸਾਡਿਆਂ ਨੂੰ ਮੈਲ ਆ। ਕਾਹਦੀ ਹੈ ਮੈਲ ਜੀ? ਮੈਂ ਮੇਰੀ ਹੰਕਾਰ ਦੀ, ਮਾੜੇ ਫੁਰਨਿਆਂ ਦੀ। ਉਹ ਮੈਲ ਉਤਰ ਜਾਏ, ਸਮਝ ਆ ਜਾਏ ਵੀ ਲੋੜ ਕੀ ਹੈ। ਅੱਜ ਕੱਲ ਇਤਨਾ ਕੁ ਟ੍ਰੈਂਡ ਚੱਲਿਆ ਹੋਇਆ ਕਿ ਸੋਚ ਵੀ ਨਹੀਂ ਸਕਦੇ ਆਪਾਂ
ਬੰਦੇ ਨੂੰ ਆਪਣਾ ਜੀਵਨ ਤਾਂ ਦੀਂਦੇ ਹੀ ਨਹੀਂ, ਆਪਣਾ ਆਪ ਸੁਧਾਰਨ ਦਾ ਬੰਦੇ ਦੇ ਅੰਦਰ ਖਿਆਲ ਨਹੀਂ ਆਉਂਦਾ। ਨਾਲੇ ਸਹੀ ਕਿਹੜਾ ਇੱਥੇ, ਜਿਹੜਾ ਸਹੀ ਆ ਉਹ ਤਾਂ ਭਗਵਾਨ। ਜੇ ਜਮਾ ਬੰਦਾ ਸਹੀ ਬਣ ਗਿਆ ਜੀ, ਉਹ ਤਾਂ ਭਗਵਾਨ ਹੈ, ਪਰਮੇਸ਼ਰ ਹੈ। ਉਹ ਆਪਾਂ ਤੁਰਨਾ ਹੌਲੀ ਹੌਲੀ, ਆਪੋ ਆਪਣੀਆਂ ਕਮੀਆਂ ਦੂਰ ਕਰਦੇ ਜਾਣਾ। ਅਗਲਾ ਵਚਨ ਸਤਿਗੁਰ ਕਹਿੰਦੇ ਆ, ਨਿਰਹਾਰ ਵਰਤੀ ਆਪਰਸਾ। ਨਿਰਹਾਰ ਕਹੀਏ ਆਹਾਰ ਭਾਵ ਬਿਨਾ ਅੰਨ ਤੋਂ ਰਹਿਣ ਵਾਲੇ, ਕਿ ਅਸੀਂ ਭੋਜਨ ਹੀ ਨਹੀਂ ਛਕਣਾ। ਵਰਤ ਰੱਖਦੇ ਨੇ, ਵਰਤ ਰੱਖਣ ਵਾਲੇ ਜੋ ਇਕਾਦਸ਼ੀ ਦੇ 24 ਵਰਤ ਰੱਖਦੇ ਨੇ। ਆਪਰਸ਼ਾ ਕਹੀਏ ਸਪਰਸ਼ ਨਾ ਕਰਨਾ। ਇਸ ਤਰ੍ਹਾਂ ਬਾਣ ਪ੍ਰਸਤੀ ਉਜਾੜਾਂ ਵਿੱਚ ਉਹ ਰਹਿੰਦੇ ਨੇ ਕਿ ਸਾਡੇ ਉੱਤੇ ਕਿਸੇ ਦਾ ਪ੍ਰਸ਼ਾਵਾ ਵੀ ਨਾ ਪਵੇ, ਕਿਸੇ ਦੇ ਮੱਥੇ ਵੀ ਨਾ ਲੱਗਣਾ, ਭੋਜਨੇ ਤਿਆਗ ਦੇਣਾ। ਉਹ ਹਵਾ ਪੌਣ ਆਹਾਰੀ ਬਣ ਜਾਂਦੇ ਨੇ, ਕਹੀਏ ਹਵਾ ਫੱਕ ਕੇ ਹੀ ਉਹ ਗੁਜ਼ਾਰਾ ਕਰਦੇ ਨੇ। ਇੱਕ ਲੋਕ ਨਾ ਦੇਵੈ ਦਰਸਾ, ਕਹਿੰਦੇ ਇੱਕ ਭੋਰਿਆਂ ਤੇ ਗੁਫਾਵਾਂ ਵਿੱਚ ਲੁਕ ਕੇ ਛਿਪ ਕੇ ਰਹਿੰਦੇ ਨੇ, ਕਿਸੇ ਨੂੰ ਵੀ ਦਰਸ਼ਨ ਨਹੀਂ ਦੇਣਾ ਚਾਹੁੰਦੇ, ਪਰ ਮਗਰੋਂ ਪੂਜਾ ਕਰਵਾਉਣ ਵੇਲੇ ਬਾਹਰ ਬਹਿ ਜਾਂਦੇ ਆ। ਪਹਿਲਾਂ ਤਾਂ ਦੇਖੋ ਗੁਫਿਆਂ 'ਚ ਭੋਰਿਆਂ 'ਚ ਵੜ ਕੇ ਬਹਿ ਗਏ, ਕਿਸੇ ਨੂੰ ਮਿਲਣੇ ਹੀ ਨਹੀਂ, ਦਰਸ਼ਨੇ ਨਹੀਂ ਕਰਨੇ, ਦੇਣੇ ਨਹੀਂ ਕਿਸੇ ਨੂੰ ਦਰਸ਼ਨ। ਉਦੋਂ ਬਾਅਦ ਫਿਰ ਬਾਹਰ ਆ ਕੇ ਪੂਜਾ ਕਰਾਉਣ ਵਾਸਤੇ ਬਹਿ ਜਾਂਦੇ ਨੇ। ਤੇ ਜਿਵੇਂ ਕਿ 100 ਸੁਹਾਗਣ, ਜੋ ਕਿ ਉਹ ਵੀ ਐਸਾ ਹੀ ਪਖੰਡ ਕਰਦਾ ਸੀ, ਬਾਹਰ ਨਹੀਂ ਸੀ ਨਿਕਲਦਾ। ਗੁਰੂ ਨਾਨਕ ਪਹੁੰਚੇ, ਫਿਰ ਉੱਥੇ ਕਹਿੰਦੇ ਕੀ ਕਰੀ ਜਾਂਦਾ ਏ। ਪਖੰਡ ਦੇ ਪਾਜ ਨੂੰ ਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਮਹਾਰਾਜ ਚੇ ਪਾਤਸ਼ਾਹ ਜੀ ਨੇ ਉਧੇੜਨਾ ਕੀਤਾ ਉਹਦੇ ਨੂੰ, 100 ਸੁਹਾਗਣ ਜਿਹੜਾ ਸੀਗਾ, ਅਤੇ ਜਾਣੂ ਕਰਵਾਇਆ ਕਿ ਇਹਨਾਂ ਸਾਧਨਾ ਨਾਲ ਮੁਕਤੀ ਨਹੀਂ ਹੋਣੀ। ਉਹ ਤਾਂ ਮਨ ਦੇ ਵਿੱਚ ਤਾਂ ਹੰਕਾਰ ਆ ਨਾ ਕਿ ਮੈਂ ਕਰੀ ਜਾਣਾ, ਮੈਂ ਭੋਰੇ 'ਚ ਰਹਿ ਕੇ, ਗੁਫਾ 'ਚ ਰਹਿ ਕੇ ਜਪ ਤਪ ਕਰਦਾ, ਫਿਰ ਬਾਹਰ ਆ ਕੇ ਲੋਕਾਂ ਤੋਂ ਪੂਜਾ ਕਰਾਈਂਦੀ ਆ। ਉਹਦਾ ਫਾਇਦਾ ਕੀ ਹੈ? ਤੂੰ ਪਰਿਵਾਰਾਂ 'ਚ ਰਹਿ ਕੇ ਜਤੀ ਸਤੀ ਬਣ ਕੇ ਤੁਰਨਾ। ਇੱਕ ਮਨ ਹੀ ਗਿਆਤਾ, ਇੱਕ ਮਨ ਵਿੱਚ ਹੀ ਗਿਆਨਵਾਨ ਬਣੇ ਬੈਠੇ ਨੇ। ਉਹ ਕਹਿੰਦੇ ਆ ਕਿ ਅਸੀਂ ਕਥਾ ਦਾ ਸਾਰਾ ਸਿਧਾਂਤ ਸਮਝ ਲਿਆ। ਉਹ ਮਨ ਦੇ ਗਿਆਤੇ ਬਣੇ ਬੈਠੇ ਨੇ, ਆਪਣੇ ਆਪ ਨੂੰ ਵੱਡੇ ਗੁਣ ਗਿਆਨੀ ਵਿਦਵਾਨ ਕਹਾਉਣ ਲੱਗ ਜਾਂਦੇ ਨੇ। ਇੱਥੇ ਦੁਨੀਆ ਧੀਂਗ ਤੋਂ ਧੀਂਗ ਆ, ਇੱਕ ਦੋ ਇੱਕ ਚੜ੍ਹੰਦੀਆਂ, ਕੌਣ ਜਾਣਾ ਮੇਰਾ ਨਾਓ ਜੀ। ਉਹ ਕਹਿੰਦੇ ਹੁੰਦੇ ਆ ਵੀ ਦੁਨੀਆ ਧੀਂਗ ਤੋਂ ਧੀਂਗ ਪਈ ਆ, ਆਪਾਂ ਤਾਂ ਕੁਛ ਵੀ ਨਹੀਂ। ਪਰ ਇੱਥੇ ਲੱਗਦਾ ਬੰਦਾ ਕਿ ਮੇਰੀ ਸਿਆਣਪ ਤੋਂ ਉੱਪਰ ਕਿਸੇ ਦੀ ਸਿਆਣਪ ਨਹੀਂ, ਏਦਾਂ ਖਿਆਲ ਨੇ। ਅਸਲ ਦੇ ਵਿੱਚ ਗੁਰਮੁਖੋ ਦੁਨੀਆ ਚੜ੍ਹਦੀ ਚੋਂ ਚੜ੍ਹਦੀ ਆ, ਬੰਦਾ ਐਵੇਂ ਮਾਣ ਨਾ ਕਰੇ, ਮਾਣ ਨਾ ਕਰੇ। ਇਹ ਜਿੰਨੇ ਵੀ ਸਾਧਨ ਆਪਾਂ ਜੋ ਉੱਪਰ ਵਿਚਾਰੇ ਨੇ, ਇਹਨਾਂ ਨਾਲ ਬਾਪੂ ਕਹਿੰਦਾ ਕਿ ਰਾਮ ਨਾਮ ਮਿਨ ਸਭੈ ਭੁਗਤੈ, ਦੇਖੋ ਨਿਰਖ ਸਰੀਰਾ। ਨਾ ਤਾਂ ਬੁੱਤ ਪੂਜਣ ਵਾਲੇ ਹੈ ਜੀ, ਨਾ ਵੇਦ ਪੜ੍ਹਨ ਵਾਲੇ, ਨਾ ਗੁਫਾਵਾਂ 'ਚ ਰਹਿਣ ਵਾਲੇ, ਨਾ ਭੋਰਿਆਂ 'ਚ ਰਹਿਣ ਵਾਲੇ, ਨਾ ਗੋਦੜੀਆਂ ਪਹਿਨਣ ਵਾਲੇ, ਨਾ ਵੱਡੇ ਵੱਡੇ ਰਾਜੇ ਮਹਾਰਾਜੇ 40 ਗੰਜ ਦਵਾਇਆ ਜੋੜਨ ਵਾਲੇ, ਨਾ ਸੋਹਣੇ ਸਰੂਪਾਂ ਵਾਲੇ, ਨਾ ਜੋਗੀਆਂ ਨੇ, ਨਾ ਜਤੀਆਂ ਨੇ, ਨਾ ਬ੍ਰਹਮਚਾਰੀਆਂ ਨੇ, ਤੇ ਨਾ ਉਦਾਸੀਆਂ ਨੇ, ਨਾ ਸੰਨਿਆਸੀਆਂ ਨੇ, ਨਾ ਮੋਨੀਆਂ ਨੇ। ਉਹਦਾ ਭੇਦ ਨਹੀਂ ਪਾਇਆ। ਰਾਮ ਨਾਮ ਮਿਨ ਸਭੈ ਭੁਗਤੈ, ਬਾਣੀ ਕਹਿੰਦੀ ਹੈ, ਗੁਰੂ ਸਾਹਿਬ ਜੀ ਖੁਦ ਬੋਲ ਰਹੇ ਨੇ, ਰਾਮ ਨਾਮ ਮਿਨ ਸਭੈ ਭੁਗਤੈ, ਦੇਖੋ ਨਿਰਖ ਸਰੀਰਾ। ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ਼ ਕਬੀਰਾ। ਕਿਹਨੇ ਗਤ ਪਾਈ ਆ ਜੀ? ਉਹਦੇ ਨਾਮ ਤੋਂ ਬਿਨਾ। ਬੰਦਗੀ ਜ਼ਰੂਰੀ ਆ। ਹਾਂ, ਫਿਰ ਉਹਦੀ ਮਸਤੀ 'ਚ ਬੰਦਾ ਜੋ ਮਰਜ਼ੀ ਕਰਦਾ ਕਰੀ ਜਾਵੇ, ਪਰ ਜੇ ਬੰਦਗੀ ਨਹੀਂ, ਕੇਵਲ ਆਹੀ ਸਾਧਨ ਨੇ। ਸਾਧਨਾ ਨਾਲ ਜੇ ਮੰਜ਼ਲੇ ਨਾ ਆਈ, ਉਹਦਾ ਫਾਇਦਾ ਕੀ ਹੈ? ਆ ਜਿੰਨਾ ਵੀ ਆਪਾਂ ਗਿਣਾਇਆ ਵਿਚਾਰੇ ਆ ਪਿੱਛੇ, ਇਹ ਸਾਧਨ ਨੇ, ਮੰਜ਼ਿਲ ਨਹੀਂ। ਹੁਣ ਜੇ ਸਾਧਨ ਲੱਖਾਂ ਕਰੀ ਜਾਈਏ, ਮੰਜ਼ਿਲ ਆਵੀ ਨਾ, ਉਹਦਾ ਵੀ ਫਾਇਦਾ ਕੀ ਹੈ? ਸਾਧਨ ਵੀ ਕਰੀਏ, ਮੰਜ਼ਿਲ ਵੀ ਆਵੇ ਸਾਡੀ। ਕੋਸ਼ਿਸ਼ ਕਰੀਏ ਕਿ ਪਖੰਡਵਾਦ ਤੋਂ ਦੂਰ ਰੱਖੀਏ ਆਪਣੇ ਮਨ ਨੂੰ, ਨਿਸ਼ਚਿੰਤ ਹੋ ਕੇ ਉਹਦੇ ਨਾਮ ਬਾਣੀ ਭਜਨ ਦੇ ਵਿੱਚ ਜੁੜੀਏ। ਬੰਦਗੀ ਹਰ ਇੱਕ ਸਾਹ ਦੇ ਨਾਲ ਸਾਡੇ ਸਾਸ ਉਸਾਸ ਸਿਮਰਨ ਹੋ ਜੇ, ਸਾਡੇ ਕਰਮਾਂ 'ਚ ਨਿਰਮਲਤਾ ਹੀ ਆ ਜਾਏ, ਸ਼ੁੱਧਤਾ ਆ ਜਾਏ, ਮਨ ਸਾਫ਼ ਹੋ ਜਾਏ, ਬਿਰਤੀਆਂ ਸਾਫ਼ ਹੋ ਜਾਣ, ਬਸ ਰੱਬ ਰੱਬ ਕਰਦੇ ਰਹੀਏ।
ਫੇਰ ਕਿਤੇ ਜਾ ਕੇ ਗੱਲ ਬਣੇਗੀ। ਆਓ ਜੀ ਭੁੱਲਾਂ ਤੋਂ ਖਿਮਾ ਰਹਿੰਦੀਆਂ ਵਿਚਾਰਾਂ, ਅੱਗੇ ਵਿਚਾਰਾਂਗੇ। ਗੱਜ ਵੱਜ ਕੇ ਹਾਜ਼ਰੀ ਭਰਿਆ ਕਰੋ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੁਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨਿ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ, ਜਿਨਿ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।